ਤੇ ਤੁਸੀਂ ਜਦੋਂ ਲਾਹੌਰੋਂ ਆਏ ਤੇ ਕੋਟ ਸਰਵਰ ਲੱਥੇ ਤੇ ਉਹਦਾ ਜ਼ਰਾ ਗੱਲ ਸੁਣਾਓ। ਸਰ ਗੱਲ ਇੰਝ ਹੋਈ ਆ ਕਿ ਲਾਹੌਰੋਂ ਇਹਨਾਂ ਨੇ ਮੋਟਰਵੇ ਵਾਲਿਆਂ ਨੇ ਉਤਾਰ ਦਿੱਤਾ ਮੈਨੂੰ ਮੋਟਰਵੇ ਦੇ ਉੱਤੇ। ਅੱਛਾ। ਉੱਥੋਂ ਮੈਂ ਬੜਾ ਔਖਾ ਹੋ ਗਏ ਰੋਡ ਉੱਤੇ ਪਹੁੰਚਿਆ। ਹਾਂ। ਅੱਗੋਂ ਨਾ ਇੱਕ ਚਿੰਚੀ ਵਾਲਾ ਆ ਰਿਹਾ ਸੀ। ਅੱਛਾ। ਉਹ ਪਿੱਛੇ 2 ਡਰਮ ਵੱਜੇ ਸੀ ਇਹਦੇ ਲੁੱਕ ਦੇ ਕਾਲੇ ਤੇਲ ਦੇ। ਅੱਛਾ। ਤੇ ਅਗਲੀਆਂ 2 ਸੀਟਾਂ 'ਤੇ ਬੈਠੀਆਂ ਸੀ ਜੰਗ ਲੈਣੀਆਂ ਅੱਛਾ। ਮਾਈਆਂ। ਹਾਂ। ਤੇ ਮੈਂ ਉਹਨੂੰ ਚਿੰਚੀ ਵਾਲੇ ਨੂੰ ਕਿਹਾ, ਮੈਂ ਕਿਹਾ ਯਾਰ ਮੈਂ ਚਲਾਨਾ। ਮੈਨੂੰ ਕਹਿੰਦਾ ਪਿੱਛੇ ਲੰਮਕ ਜਾ। ਮੈਂ ਕਿਹਾ ਮੈਂ ਚਲਾਨਾ, ਤੂੰ ਪਿੱਛੇ ਲੰਮਕ। ਅੱਛਾ। ਕਹਿੰਦਾ ਠੀਕ ਹੈ ਜੀ। ਉਹਨੇ ਮੈਨੂੰ ਦੇਤਾ ਚਿੰਚੀ, ਕਦੀ ਮੈਂ ਚਲਾਈ ਤੇ ਆ ਕੋਈ ਨਹੀਂ ਸੀ। ਉਹ ਜਨਾਬ ਜਿਸ ਟਾਈਮ ਮੈਂ ਨਾ ਚਿੰਚੀ ਚਲਾਈ ਨਾ, ਥੋੜੀ ਜਿਹੀ ਚਲਾਈ ਤੇ ਕੰਟਰੋਲ ਨਾ ਹੋਈ। ਅੱਛਾ। ਉਹ ਸਿੱਧੀ ਪੈਲੀ ਦੇ ਵਿੱਚ। ਠੀਕ। ਜਦੋਂ ਪੈਲੀ ਇੱਕ ਸਾਈਡ ਨੂੰ ਖਿੱਚਦੇ ਹੁੰਦੀ ਸੀ। ਜਦੋਂ ਪੈਲੀ ਦੇ ਵਿੱਚ ਇਹਨੇ ਖਿੱਚਾ ਮਾਰਿਆ ਨਾ ਉਹਨੇ, ਤੇ ਪਿੱਛੇ ਵੇਖਿਆ ਉਹ ਜਿਹੜੀਆਂ ਐ ਸੀ ਨਾ ਕਾਲੇ ਤੇਲ ਦੀਆਂ ਡਰਮ, ਉਹ ਮਾਈਆਂ ਦੇ ਉੱਤੇ। ਅੱਛਾ। ਮਾਈਆਂ ਕਾਲੀਆਂ ਸਿਆਹ ਹੋ ਗਈਆਂ। ਜਦੋਂ ਉਹ ਕਾਲੀਆਂ ਸਿਆਹ ਹੋਈਆਂ ਨਾ, ਤੇ ਮੈਂ ਮਾੜਾ ਜਿਹਾ ਪਿੱਛੇ ਵੇਖਿਆ ਤੇ ਮੈਂ ਜਾਣ ਕੇ ਅੱਖਾਂ ਮੀਟ ਲਈਆਂ, ਬੇਹੋਸ਼ ਹੋ ਗਿਆ। ਅੱਛਾ। ਮੈਂ ਕਹਿੰਦਾ ਹੁਣ ਮਾਰਨਾ ਬਹੁਤ ਹੈ। ਉਹ ਜਿਸ ਟਾਈਮ ਉਹਨਾਂ ਜਿਸ ਕਾਲੀਆਂ ਸਿਆਹ ਵੇ ਸੂਰ ਦਿਆ ਸੂਰਾ ਤੂੰ ਕਿਦੋਂ ਆਇਆ? ਮੈਂ ਕਿਹਾ ਲੈ ਵੀ ਇੱਥੇ ਹੁਣ ਨਾ ਹੋਸ਼ ਨਾ ਲਈਏ। ਅੱਛਾ। ਰੋਡ ਉੱਤੇ ਫਟਾਫਟ 3-4 ਲੋਕ ਆਏ ਨੇ, ਮੋਟਰਸਾਈਕਲਾਂ ਵਾਲੇ ਉਹਨਾਂ ਨੇ ਆ ਕੇ ਚੁੱਕਿਆ। ਮੇਰੀ ਉਹਨਾਂ ਨੇ ਲੱਤਾਂ ਤੋਂ ਫੜਿਆ ਤੇ ਬਾਹਾਂ ਤੋਂ ਫੜਿਆ। ਕਮਰ ਜਿਹੜੀ ਉਹਨੀ ਸੜਕ ਤੇ ਧਰੁੰਦੇ ਰਹੇ। ਅੱਛਾ। ਉਹ ਮੈਂ ਥੋੜਾ ਜਿਹਾ ਹਿੱਲਿਆ ਨਾ, ਤੇ ਉਹ ਕਹਿੰਦੇ ਬੰਦਾ ਹੋਸ਼ ਕਰ ਗਿਆ। ਹੋਸ਼ ਤੇ ਆਪੀ ਕਰਨਾ ਸੀ, ਕਮਰ ਸੜਕ ਉੱਤੇ ਘਸੀਟਾ ਮਾਰਦੀ ਪਈ ਆ ਤੇ ਹੋਸ਼ ਤੇ ਆਪੀ ਕਰਨਾ ਸੀ। ਤੇ ਜਿਸ ਟਾਈਮ ਸਿੱਧੇ ਪੱਧਰੇ ਹੋ ਕੇ ਬੈਠੇ, ਮੈਂ ਬਹਿ ਗਿਆ ਉੱਠ ਕੇ। ਉਹਨਾਂ ਕਿਹਾ ਭਈਆ ਇਹ ਚਿੰਚੀ ਜਿਹੜਾ ਵਾ ਇਹ ਤੇ ਸਾਰਾ ਅਗਲਾ ਹੈਂਡਲ ਵੀ ਟੁੱਟ ਗਿਆ ਤੇ ਸਾਰਾ ਮੁੜ ਗਿਆ। ਤੇ ਆ ਮਾਈਆਂ ਜਿਹੜੀਆਂ ਇਹਨਾਂ ਨੂੰ ਉਹ ਕਹਿਣ ਕਿ ਮਾਈਆਂ ਨੂੰ ਕੰਟਰੋਲ ਕਰੋ ਨਾ। ਮਾਈਆਂ ਜੁੱਤੀਆਂ ਫੜੀਆਂ ਆਈਆਂ ਤੇ ਮੇਰੇ ਉੱਤੇ। ਅੱਛਾ। ਇਹਨੂੰ ਮਾਰਨਾ, ਸੂਰ ਦਾ ਸੂਰ ਆਇਆ ਕਿਦੋਂ? ਅੱਛਾ। ਅਸੀਂ ਅੱਗੇ ਜਾ ਕੇ ਉਤਰਨਾ ਸੀ। ਅਸੀਂ ਕਿੱਥੋਂ ਆਏ ਆ ਤੇ ਸਹੀ ਆਏ ਆ। ਇਹ ਸੂਰ ਦਾ ਸੂਰ ਕਿਦੋਂ ਆਇਆ? ਅੱਛਾ। ਬੜਾ ਪਰੇਸ਼ਾਨ ਮੈਂ, ਫਿਰ ਉੱਥੇ ਜਾਣ ਕੇ ਬੇਹੋਸ਼ ਹੋ ਗਿਆ। ਅੱਛਾ। ਮੈਂ ਕਿਹਾ ਇਹਨਾਂ ਤੋਂ ਬਚੋ। ਮਾੜਾ ਜਿਹਾ ਮੈਂ ਸਿੱਧਾ ਬੇਹੋਸ਼ ਹੋਇਆ ਹੀ ਆ। ਉਹ ਪਰਾਂ ਨਾ ਇੱਕ ਪਰਨਾਲਾ ਜਿਹਾ ਚੱਲਦਾ ਪਿਆ ਸੀ। ਅੱਛਾ। ਉਹ ਇੱਕ ਹੈ ਸੀ ਬੇਵਕੂਫ ਜਿਹਾ, ਜਾ ਕੇ ਪਰਨਾਲੇ ਤੋਂ ਲਿਆ ਕੇ ਨਾ ਪਾਣੀ ਸਿੱਧਾ ਮੇਰੇ ਮੂੰਹ 'ਚ, ਉਹ ਮਿੱਟੀ ਵਾਲਾ ਪਾਣੀ ਸੀ। ਮੈਂ ਫਿਰ ਉੱਠ ਕੇ ਬਹਿ ਗਿਆ। ਜਿਸ ਟਾਈਮ ਮੈਂ ਉੱਠ ਕੇ ਬੈਠਾ ਤੇ ਹੋਸ਼ 'ਚ ਪੀ ਆਣੀ ਸੀ। ਮਿੱਟੀ ਵਾਲਾ ਪਾਣੀ ਕਦੀ ਜ਼ਿੰਦਗੀ 'ਚ ਨਾ ਪੀਤਾ। ਉਹ ਫਿਰ ਮਾਈਆਂ ਨੂੰ ਤਾਂ ਬਹਾਤਾ ਉਹਨਾਂ ਨੇ। ਪਿੱਛੇ ਇੱਕ ਹੋਰ ਟਰੈਕਟਰ ਵਾਲਾ ਆ ਰਿਹਾ ਸੀ, ਉਹਦੇ 'ਚ ਬਹਾਤਾ, ਉਹ ਚੜੀਆਂ ਗਈਆਂ। ਅੱਛਾ। ਰਿਸਕੇ ਵਾਲਾ ਕਹਿੰਦਾ ਜੀ ਹੁਣ ਮੇਰੇ ਨਾਲ ਕੀ ਕਰਸੋ? ਮੈਂ ਕਿਹਾ ਤੁਹਾਡੇ ਨਾਲ ਕੀ ਕਰਨਾ ਹੈ? ਮੈਂ ਕਿਹਾ ਮੈਂ ਜਨਾਜ਼ੇ ਤੇ ਜਾਣਾ ਮੜ ਬਲੋਚਾ। ਅੱਛਾ। ਇਹ ID ਕਾਰਡ ਰੱਖ ਲਾ, ਨਹੀਂ ਤੇ ਮੇਰਾ ਨੰਬਰ ਲੈ ਲਾ। ਅੱਛਾ। ਨਹੀਂ ਬੰਦੇ ਨਾਲ ਇੰਨਾ ਹਾਦਸੇ ਵੀ ਹੋ ਜਾਂਦੇ ਆ, ਤੇ ਤੁਸੀਂ ਜਾ ਕੇ ਜਨਾਜ਼ਾ ਪੜੋ ਤੇ ਕੱਲ ਮੈਂ ਫੋਨ ਕਰੇ ਸਾਂ ਤੇ ਮੈਨੂੰ ਪੈਸੇ ਤੁਸੀਂ। ਮੈਂ ਕਿਹਾ ਪੈਸੇ ਤੇਰੇ ਨੰਬਰ ਤੇ ਪਹੁੰਚ ਜਾਣਗੇ। ਮੈਂ ਉੱਠ ਕੇ ਤੁਰਿਆ। ਉਹ ਬੰਦੇ ਬਾਕੀ ਵੀ ਕਹਿਣ ਲੱਗੇ ਯਾਰ ਇਹਦੀ ਲੱਤ 'ਚ ਚੰਗੀ ਭਲੀ ਸੱਟ ਲੱਗੀ ਹੈ। ਲੱਤ ਲੰਘਾਉਂਦਾ ਪਿਆ। ਲੱਤ ਲੰਘਾਉਂਦਾ ਪਿਆ ਤੇ ਤੂੰ ਰਸਕੇ ਨੂੰ ਰੋਣਾ ਪਿਆ। ਠੀਕ ਹੈ। ਉਹ ਕਹੇ ਮੇਰਾ ਕੋਈ 25,000 ਦਾ ਨੁਕਸਾਨ ਹੋ ਗਿਆ ਤੇ ਲੱਤ ਕਿਉਂ ਲੰਘਾਉਂਦਾ ਪਿਆ ਸੀ? ਲੱਤ ਇੱਥੋਂ ਦੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ। ਮੈਂ ਪਹਿਲੇ ਵੀ ਇੰਜੀ ਸੀ। ਉਹ ਇਸ ਵਜ੍ਹਾ ਤੋਂ ਪਹਿਲਾਂ ਹੀ ਲੰਘਾ ਵਾ। ਮੇਰਾ ਤੇ ਬਚਪਨ ਤੋਂ ਲੱਤ ਦਾ ਮਸਲਾ ਹੈ। ਉਹ ਜਿਸ ਟਾਈਮ ਮੈਂ ਨਾ ਬੈਠਾ ਚਲਾ ਗਿਆ, ਫੋਤੀ ਕੋਈ ਨਹੀਂ ਸੀ ਹੋਈ। ਮੈਂ ਤੇ ਐਵੇਂ ਛੁੱਟੀ ਕੱਟਣ ਆਇਆ ਸੀ। ਅਗਲੇ ਦਿਨ ਉਸ ਫੋਨ ਕੀਤਾ, ਸਲਾਮ ਅਲੈਕਮ ਭਾਈ ਅੰਸਰ ਹੋ। ਮੈਂ ਕਿਹਾ ਵਾਲੇਕਮ ਸਲਾਮ। ਉਹ ਮੈਂ ਰਸਕੇ ਵਾਲਾ ਬਲਿੰਦਾ ਪਿਆ। ਮੈਂ ਕਿਹੜਾ ਰਸਕੇ ਵਾਲਾ? ਉਹ ਜਿਹਦੇ ਨਾਲ ਕੱਲ ਹਾਦਸਾ ਹੋਇਆ। ਮੈਂ ਕਿਹਾ ਅੱਛਾ ਤੂੰ ਏ। ਉਹ ਭਾਈਆ ਮੇਰਾ ਤੇ ਗੁਜ਼ਰ ਗਿਆ, ਰਾਤ ਦਾ ਮਰ ਗਿਆ। ਅਸੀਂ ਤੈਨੂੰ ਲੱਭਦੇ ਫਿਰਦੇ, ਤੂੰ ਹੈ ਕਿਤੇ? ਉਹਨੇ ਫੋਨ ਬੰਦ। ਅੱਛਾ। ਉਸ ਤੋਂ ਬਾਅਦ ਮੈਂ ਵੀ 2 ਵਾਰੀ ਟਰਾਈ ਕੀਤਾ, ਘੰਟੇ ਬਾਅਦ ਉਹਦਾ ਫੋਨ ਬੰਦ ਹੀ ਰਿਹਾ। ਆਰਾਮ ਕਹਾਣੀ ਉਹਦੇ ਕੋਲੋਂ ਜਾਨ ਛਡਾਈ ਹੈ ਭਾਈ। ਕਦੀ ਕਦੀ ਜ਼ਿੰਦਗੀ ਵਿੱਚ ਨਾ ਦੋਸਤੋ ਇੰਜ ਵੀ ਹੋ ਜਾਂਦਾ ਹੈ। ਇੰਜ ਵੀ ਹੋ ਜਾਂਦਾ।